ਸਾਹਿਬ ਕੋਲੋਂ ਸੇਵਾ ਦੀ ਯਾਚਨਾ ਕਰਦਾ ਕਿ ਉਹਨਾਂ ਦੇ ਸਮੇਂ ਤੋਂ ਸਮਾਂ ਲਿਆ। ਬੋਲਣ ਦੀ ਵੈਸੇ ਮੇਰੀ ਇੱਥੇ ਲੋੜ ਨਹੀਂ ਹੈਗੀ ਕਿਉਂਕਿ ਵਿਦਵਾਨ ਬੈਠੇ ਆ ਸਾਰੇ, ਸੂਰਜ ਸਾਹਮਣੇ ਦੀਵਾ ਜਗਾਉਣ ਦੀ ਲੋੜ ਨਹੀਂ। ਜਿਤਨੇ ਵੀ ਗੁਰੂ ਪਿਆਰੇ ਬੈਠੇ ਹੋ ਸਾਰੇ ਗੁਰੂ ਚਰਨਾਂ 'ਚ ਹਾਜ਼ਰੀ ਲਵਾਓ, ਗੱਜ ਵੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦਾ ਜਿਹੜਾ ਗਿਆਨ ਹੈ ਉਹ ਭਗਤੀ ਲਵੇਸ ਹੈ। ਭਗਤੀ ਵਿੱਚੋਂ ਉਤਪੰਨ ਹੋਇਆ ਗਿਆਨ ਗੁਰੂ ਸਾਹਿਬ ਜੀ ਨੇ ਸਵੀਕਾਰ ਕੀਤਾ। ਉਹਦਾ ਪ੍ਰਤੱਖ ਪ੍ਰਮਾਣ ਹੈ ਕਿ ਕਬੀਰ ਜੀ ਜੈਸੇ, ਰਵਿਦਾਸ ਜੀ ਜੈਸੇ ਮਹਾਂਪੁਰਸ਼ਾਂ ਦੀ ਬਾਣੀ ਨੂੰ ਸਤਿਗੁਰਾਂ ਨੇ ਆਪਣੀ ਬਾਣੀ ਦੇ ਨਾਲ ਦਰਜ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਤੇ ਭਗਤੀ। ਜਦੋਂ ਗਿਆਨ ਕੇਵਲ ਕਿਤਾਬਾਂ ਤੱਕ ਸੀਮਤ ਰਹਿ ਜਾਂਦਾ ਹੈ, ਜਿਹਨੂੰ ਆਪਾਂ ਆਮ ਲਫ਼ਜ਼ੀ ਸ਼ਬਦਾਂ ਵਿੱਚ ਕਹਿ ਦਿੰਦੇ ਹਾਂ ਕਿ ਘੋਸ਼ਿਤ ਗਿਆਨ, ਉਹ ਗੁਰੂ ਸਾਹਿਬ ਜੀ ਨੇ ਸਵੀਕਾਰ ਨਹੀਂ ਕੀਤਾ। ਬਕਾਇਦਾ ਭਗਤ ਕਾਂਝੇ ਨੂੰ ਆਪਣੇ ਦਰਬਾਰ ਤੋਂ ਵਾਪਸ ਮੋੜ ਦਿੱਤਾ ਕਿ ਤੇਰੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕਰ ਸਕਦੇ, ਕਿਉਂਕਿ ਤੂੰ ਜਿਹੜੀ ਬਾਣੀ ਉਚਾਰਨ ਕਰ ਰਿਹਾ ਹੈ ਕਿ ਜਾ ਕੋ ਵੇਦ ਪੁਰਾਨਾ ਗਾਵੈ, ਖੋਜਤ ਖੋਜ ਨਾ ਕੋਈ ਰੇ, ਮੈਂ ਉਹੀ ਰੇ, ਮੈਂ ਉਹੀ ਰੇ। ਜਿਸ ਦੇਸ਼ ਦੀ ਬਾਣੀ ਉਚਾਰਨ ਕਰ ਰਿਹਾ ਤੂੰ ਬੰਦਾ ਉਸ ਦੇਸ਼ ਦਾ ਨਹੀਂ। ਸਮਝਣਾ ਧਿਆਨ ਨਾਲ ਕਿ ਜਿਸ ਦੇਸ਼ ਦੀ ਤੂੰ ਬਾਣੀ ਉਚਾਰਨ ਕਰ ਰਿਹਾ ਹੈ ਤੂੰ ਬੰਦਾ ਉਸ ਦੇਸ਼ ਦਾ ਨਹੀਂ ਹੈ। ਯਾਨੀ ਕਿ ਕਥਨੀ ਤੇ ਕਰਨੀ ਦੋਨਾਂ 'ਚ ਫਰਕ ਹੈ। ਜਿੱਥੇ ਕਥਨੀ ਤੇ ਕਰਨੀ ਵਿੱਚ ਫਰਕ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਕੁਸ਼ਟ ਗਿਆਨ। ਗੁਰੂ ਘਰ ਦੇ ਵਿੱਚ ਭਗਤੀ ਪਰੰਪਰਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੀ ਸਭ ਤੋਂ ਮੁੱਖ ਪਰੰਪਰਾ, ਜੇ ਕੋਈ ਕਹੇ ਕਿ ਗੁਰੂ ਨਾਨਕ ਸਾਹਿਬ ਦੇ ਧਰਮ ਦੀ ਮੁੱਖ ਪਰੰਪਰਾ, ਹਰ ਇੱਕ ਧਰਮ ਦੀਆਂ ਵੱਖੋ ਵੱਖਰੀਆਂ ਪਰੰਪਰਾਵਾਂ ਹੁੰਦੀਆਂ, ਹਰ ਇੱਕ ਧਰਮ ਕਿਸੇ ਨਾ ਕਿਸੇ ਪਰੰਪਰਾ ਦੇ ਉੱਤੇ ਜ਼ੋਰ ਦੇ ਕੇ ਉਹਦਾ ਪ੍ਰਚਾਰ ਕਰਦਾ, ਤੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਮੁੱਖ ਪਰੰਪਰਾ ਭਗਤੀ ਪਰੰਪਰਾ ਹੈ। ਵਿਦਵਾਨ ਬੈਠੇ ਨੇ, ਸਾਰਿਆਂ ਦਾ ਵੱਖੋ ਵੱਖਰਾ ਆਪੋ ਆਪਣਾ ਦ੍ਰਿਸ਼ਟੀਕੋਣ ਹੁੰਦਾ। ਵੈਸੇ ਬੋਲ ਬਲਈਆ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਉਸ ਆਤਮ ਤੱਤ ਦੇ ਸਰੂਪ ਨੂੰ ਜਾਣ ਨਹੀਂ ਲੈਂਦੇ। ਜਦੋਂ ਉਸ ਆਤਮ ਸਰੂਪ ਦੇ ਤੱਤਵ ਨੂੰ ਜਾਣ ਲਈਏ, ਜਿਹਦੇ ਬਾਰੇ ਪਹਿਲਾਂ ਵੇਦਾਂਤ ਦੇ ਸੰਬੰਧ ਵਿੱਚ ਕੁਝ ਪ੍ਰਕਰਣ ਆਪ ਜੀ ਨੇ ਸਰਵਣ ਕੀਤੇ ਆ। ਤਿੰਨਾਂ ਦੇਹਾਂ ਬਾਰੇ ਸਰਵਣ ਕੀਤਾ, ਵਿਦਿਆ ਬਾਰੇ ਸਰਵਣ ਕੀਤਾ। ਇਹ ਬੋਧ ਬਲਈਆ ਉਦੋਂ ਤੱਕ ਹੀ ਹੈ ਜਦੋਂ ਤੱਕ ਉਸ ਅਵਿਦਿਆ ਦੇ ਪਰਦੇ ਤੋਂ ਪਰੇ ਜਾ ਕੇ ਆਤਮ ਤੱਤਵ ਨੂੰ ਨਹੀਂ ਜਾਣ ਲੈਂਦੇ। ਉਸ ਆਤਮ ਤੱਤਵ ਨੂੰ ਜਾਣਨ ਤੋਂ ਬਾਅਦ ਫਿਰ ਸਾਰੇ ਪਾਸੇ ਵਿਆਪਕ ਬ੍ਰਹਮ ਨਜ਼ਰ ਆਉਂਦਾ। ਫਿਰ ਕੁਝ ਬੋਲਣ ਨੂੰ ਬਚਦਾ ਹੀ ਨਹੀਂ। ਮੂੰਹ ਭਰਿਆ ਕਿਉਂ ਬੋਲੀਆ ਭਾਈ ਗੁਰਦਾਸ ਜੀ ਦੇ ਬਚਨ। ਜਦੋਂ ਮੂੰਹ ਭਰ ਜਾਏ ਤੇ ਭਰੇ ਮੂੰਹ ਨਾਲ ਫਿਰ ਬੋਲਣਾ ਔਖਾ ਹੋ ਜਾਏ। ਥੋੜਾ ਜਿਹਾ ਪ੍ਰਸੰਗ ਜੋ ਆਮ ਸ਼ਾਸਤਰਾਂ ਵਿੱਚ ਪੜ੍ਹਾਇਆ ਜਾਂਦਾ ਹੈ। ਅੰਨਿਆਂ ਦਾ ਇੱਕ ਪਿੰਡ, ਮੈਂ ਸਵੇਰੇ ਦੁੱਖ ਨਿਵਾਰਨ ਸਾਹਿਬ ਕਥਾ ਵਿੱਚ ਵੀ ਇਹਦਾ ਜ਼ਿਕਰ ਕਰ ਰਿਹਾ ਸੀ ਕਿ ਅੰਨਿਆਂ ਦੇ ਇੱਕ ਪਿੰਡ ਵਿੱਚ ਇੱਕ ਮਹਾਵਤ ਹਾਥੀ ਲੈ ਕੇ ਪਹੁੰਚਿਆ। ਆ ਜਾਓ ਭਾਈ, ਹਾਥੀ ਵੇਖ ਲਓ। ਕਹਿਣ ਲੱਗੇ ਵੀ ਸਾਡੀਆਂ ਅੱਖਾਂ ਨਹੀਂ, ਹਾਥੀ ਕਿਵੇਂ ਵੇਖਾਂਗੇ? ਉਹ ਕਹਿੰਦੇ ਵੇਖ ਨਹੀਂ ਸਕਦੇ, ਹੱਥਾਂ ਨਾਲ ਛੂਹ ਤਾਂ ਸਕਦੇ, ਤੁਹਾਡੇ ਤਾਂ ਹਾਥੀ ਤੁਹਾਡੇ ਨੇਤਰ ਨੇ। ਕਹਿੰਦੇ ਠੀਕ ਹੈ। ਸਭ ਨੇ ਹਾਥੀ ਛੂਹ ਕੇ ਵੇਖਣਾ ਸ਼ੁਰੂ ਕੀਤਾ। ਕਿਸੇ ਨੇ ਸੁੰਡ ਫੜੀ, ਹਾਥੀ ਕਿਸੇ ਦਰਖਤ ਦੇ ਤਣੇ ਵਾਂਗੂ ਜਾਪਦਾ। ਕੋਈ ਲਗਰ ਹੁੰਦੀ ਹੈ ਝੂਲਣ ਵਾਲੀ, ਦਰਖਤ ਦੀ ਟਹਿਣੀ, ਉਹਦੇ ਵਾਂਗੂ ਲੱਗਦਾ। ਕਿਸੇ ਨੇ ਕੰਨ ਫੜੇ, ਕਹਿੰਦੇ ਏਦਾਂ ਲੱਗਦਾ ਜਿਵੇਂ ਕੋਈ ਛੱਜ ਹੋਵੇ ਜਿਹਦੇ ਚ ਦਾਣੇ ਛੱਡੀ ਦੇ। ਕਿਸੇ ਨੇ ਲੱਤ ਫੜੀ ਤੇ ਕਹਿੰਦੇ ਏਦਾਂ ਜਾਪਦਾ ਜਿਵੇਂ ਸਾਡੇ ਘਰਾਂ 'ਚ ਥੰਮ ਬਣੇ ਹੁੰਦੇ ਆ, ਵੀ ਥੰਮ ਵਰਗਾ ਹਾਥੀ। ਕਿਸੇ ਨੇ ਚਮੜਾ ਪਕੜ ਕੇ ਵੇਖਿਆ, ਛੂਹ ਕੇ ਵੇਖਿਆ, ਕਹਿੰਦੇ ਇਉਂ ਲੱਗਦਾ ਹੈ ਕਿ ਹਾਥੀ ਜਿਵੇਂ ਕਿਸੇ ਧੋਬੀ ਦਾ ਖੁਰਦਰਾ ਪਟੜਾ ਹੁੰਦਾ ਉਹਦੇ ਵਰਗਾ। ਕਿਸੇ ਨੇ ਪੂੰਛ ਫੜੀ ਤੇ ਕਹਿੰਦੇ ਨਹੀਂ ਓਏ, ਹਾਥੀ ਉਹ ਲੱਗਦਾ ਜਿਵੇਂ ਕੋਈ ਲੱਜ ਹੋਵੇ, ਰੱਸੀ ਹੋਵੇ,
फर्क इन्ना इस रस्सी दे वाड़ लगे हुए। महावत दा चला गया। हुण जिन्हां जिन्हां ने हाथी छू के वेखिया सी एक दूजे नूं दस्सण लगे ते लड़ पए। एक कहे छज वर्गा, दूजा कहे रस्सी वर्गा, तीजा कहे ठंब वर्गा। लड़ लड़ के बेहाल हो गए। वो कहते तू झूठ बोलदा, दूजा कहना तू झूठ बोलदा। उसे पिंड के 2-4 व्यक्ति किते बाहर गए हुए उसे वेले वापस आ गए। कहते क्यों लड़ते हो? कहते आ गल है। कहते हाथी दोबारा आवेगा? कहते आवेगा। कहते फिर आप महावत कोल ही मेरे नाल करा लवांगे, जदों आएगा वो दस देगा। 2 दिन बाद महावत हाथी लैके फिर आया। पिंड वाले लोग उन्होंने घेर के खलो गए। कहते तू तो साडे पिंड च लड़ाई पा गया, फतूर पा गया, अग ला गया, तू काहदा हाथी विखा के गया सन? वो कहते भी लड़ाई किस गल दी है? कहते सारे वक्खो वखरा दसदे है। एक कहता लज वर्गा, दूजा कहता छज वर्गा, तीजा कहता थंब वर्गा। इक्को चीज इहदियां चीज़ां विच किवें तब्दील हो सकती? वो कहता भी तुहाडा कसूर नहीं है, जिथे अन्ने होणगे उत्थे लड़ाई होवेगी होवेगी, इहदे च कोई दो राय नहीं। जिथे नेत्रा वाले होण उत्थे झगड़ा नहीं हुंदा, लड़ाई उत्थे नहीं हुंदी। लड़ाई हुंदी उत्थे है जिथे नेत्रा तो अन्ने होण। अन्नियां दी लड़ाई। वो कहते दसो किवें किवें तुसीं वेखिया? कहण लगा जिहने कन्न फड़े सी कहंदा छज वर्गा, कहंदा हाँ इहो जिहा ही है। दूजे नूं पुछया कहंदा थंब वर्गा, उन्हें आख्या हाँ जी थंब वर्गा ही है। जिहने सुंड फड़ी सी उन्हें आख्या इदां ही है जी, दरखत की टहनी वर्गा ही है। वो कहंदा भी तुसीं सारी सच हो जो कह रहे हो, पर जदों तक तुहाडे नेत्र अन्ने ने अनेकता बनी रहेगी, जदों तुसीं अपणियां अखां दा इलाज करके वेखण लग जाओगे तां इसे अनेकता विच एक नजर आ जाएगा, इक्को ही हाथी नजर आवेगा जदों दिसण लग जाए। तो कहण तो भाव जदों तक अज्ञान जिहड़ा मैं बोल रहा तुसीं सुन रहे हो सब अज्ञान विच ही हो रहा। जिवें डॉक्टर साहब ने कहा ना पहला कि जिहड़े बंधन ने भाई कान सिंह नाभा जी की कोटेशन दस रहे सी अज्ञान विच कल्पित ने, वाकई कल्पित ने, कल्पना नाल ही बंधन होए हुए। अज्ञान बस हो के कल्पना विच रस्सी नूं सप समझ लिया ये भी बंधन है। तो इसे प्रकार जदों तक मेरा बोलना हो रहा तुहाडा सुनना हो रहा है केवल अज्ञान वासी है। ज्ञान दे विच जिथे चले गए उत्थे महापुरुष पहुंच के कहते बाबा बोलना क्या कही है, पर यह भी नहीं कहा महाराज जी ने चुप हो जाओ। पर जदों तक उत्थे तक पहुंचते नहीं उदों तक संत मिले किछ सुनिया कईया दा सिद्धांत भी सतगुरां ने सानू दिता है। ये विचार तो भगती दे नाल ज्ञान जिहड़ा है वो गुरु साहब जी ने स्वीकार किया। बिना भगती तो ज्ञान थोथा है, किसी भी काम का नहीं। उदों तक केवल खाली घड़े का बोलना है, भरिया होया कदे नहीं डोलदा ते ना बोलदा है। सो जिहड़ियां आप जी वचन सुन रहे हो कबीर जी जैसे महापुरुषां नूं बोलना पिया, कोई सवाल करे शंका करे तुहाडे चों कि जे उस अवस्था तक चले गए फिर वो क्यों बोल के बाणी उच्चारण करके गए? वो इस करके कि साडे ते तरस करना सी, उन्हां नूं साडे ते दया करनी सी। जो उन्होंने अपने हिरदे च अनुभव किया है वो पैड़ा साडे लई छड्डणीआं सी तां जो उत्थे चल के असी उस गूंगे दे गुड़ खाण वाली मठियाई दे रस नूं माण सकी। अज साडे विच बेभरोसगी, जिवें कि पहला डॉक्टर साहब होनी दस के गए ने कि सिखां दा बाहर कोई दुश्मन नहीं है, सिख सिख दे दुश्मन होए बैठे है। सिखां ने अपने आप को आप खत्म करना, किसी दूजे दे नहीं। उसका कारण है कि असी अविद्या वश हो के अनेकता की वृत्ति बना ली है। एक पिता एक इसके हम बार, तू मेरा गुरहाई का सलाम। फलाने ने कपड़े किहो जे पाए आ ओदी होर संप्रदा, फलाने ने पोशाक किस तरह की पाई है ओदी होर संप्रदा, फलाने ने पग किदां दी बन्नी है, फलाने ने किदां दी बन्नी है। असी इस अनेकता नूं केवल वो हाथी देख रहे हैं अन्ने हो के, एक दे पासे निशाना नहीं कि असी गुरु नानक ते गुरु गोबिंद सिंह साहब दे सेवक हाँ। ये सारे
ਗੁਰੂ ਨਾਨਕ ਦੇ ਬਗੀਚੇ ਦੇ ਫੁੱਲ ਖਿੜੇ ਹੋਏ ਨੇ, ਉਸੇ ਦਾ ਇਹ ਬਾਗ ਹੈ। ਜੇ ਕਿਤੇ ਇਹ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਸਫੁਰਦ ਹੋ ਜੇ, ਜਾਗ ਪਵੇ, ਤੇ ਅਸੀਂ ਗੁਰੂ ਸਾਹਿਬ ਜੀ ਦੀ ਕਰੁਣਾ ਦੇ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਜਿੰਨੇ ਵੀ ਵੀਰ ਬੈਠੇ ਹੋ, ਵਿਦਿਆਰਥੀ ਬੈਠੇ ਹੋ ਭਾਈ, ਅਨੇਕਤਾ ਦੀ ਬਿਰਤੀ ਨੂੰ ਛੱਡ ਕੇ ਇਹ ਭਾਵ ਆਪਣੇ ਹਿਰਦਿਆਂ ਵਿੱਚ ਸਾਰਿਆਂ ਪ੍ਰਤੀ ਬਣਾਈਏ ਕਿ ਸਾਰੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਵਕ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਦੇ ਸੇਵਕ ਨੇ। ਗੁਰਦੇਵ ਨੇ ਤਾਂ ਸਾਨੂੰ ਐਡਾ ਵੱਡਾ ਦ੍ਰਿਸ਼ਟੀਕੋਣ ਦਿੱਤਾ ਹੈ। ਕਹਿੰਦੇ ਕਰਮ ਦੀ ਫਿਲਾਸਫੀ ਜਿਹੜੀ ਉਹ ਬੜੀ ਡੂੰਘੀ ਹੈ। ਕੋਈ ਪਿਆਸਾ ਬੰਦਾ ਤੁਹਾਡੇ ਕੋਲ ਆ ਕੇ ਪਾਣੀ ਮੰਗੇ, ਤੁਸੀਂ ਤੁਹਾਡਾ ਕਰਮ ਹੈ ਉਹਨੂੰ ਪਾਣੀ ਪਿਲਾ ਦਿੱਤਾ, ਉਹ ਜਾ ਕੇ ਅੱਗੇ ਕਤਲ ਕਰਦੇ ਤੁਹਾਡੇ ਕੋਲੋਂ ਪਾਣੀ ਪੀ ਕੇ, ਬਲੀ ਹੋ ਕੇ ਉਹਦੇ ਅੱਗੇ ਕਤਲ ਕਰਤਾ, ਬੰਦਾ ਮਾਰਤਾ, ਤੁਸੀਂ ਪਾਣੀ ਪਿਲਾ ਕੇ ਪੁੰਨ ਖੱਟਿਆ ਕਿ ਪਾਪ ਕਮਾਇਆ? ਤੁਸੀਂ ਪਛਤਾਵਾ ਕਰੋਗੇ ਨਾ ਕਿ ਇਸ ਬੰਦੇ ਨੂੰ ਪਾਣੀ ਪਿਆਉਂਦੇ ਹੀ ਨਾ, ਪਾਣੀ ਪਿਆਇਆ, ਬਲੀ ਹੋਇਆ ਜਾ ਕੇ ਤੇ ਬੰਦਾ ਮਾਰ ਦਿੱਤਾ, ਕਤਲ ਕਰਤਾ। ਇਹੀ ਸੋਚਾਂਗੇ ਨਾ ਆਪਾਂ, ਇਹਨੂੰ ਪਿਲਾਉਂਦੇ ਹੀ ਨਾ। ਪਰ ਭਾਈ ਕਨਈਆ ਸਾਹਿਬ ਜੀ ਜਦੋਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਆ ਤੇ ਉਹ ਸੰਕੇਤ ਦਿੰਦੇ ਆ ਕਿ ਭਾਈ ਸਾਡਾ ਧਰਮ ਹੈ ਕੇਵਲ ਕਰਮ ਕਰਨਾ, ਅਸੀਂ ਆਪਣਾ ਕਰਮ ਸ੍ਰੇਸ਼ਟ ਰੱਖ ਕੇ ਉਹਦੇ ਵਿੱਚ ਪ੍ਰਵਿਰਤ ਹੋਣਾ ਹੈ। ਦੂਸਰਾ ਕਿਸ ਪਾਸੇ ਨੂੰ ਤੁਰ ਰਿਹਾ ਹੈ, ਉਸ ਪਾਸੇ ਜਾਣ ਤੋਂ ਪਹਿਲਾਂ ਆਪਣੀ ਡਾਇਰੈਕਸ਼ਨ ਵੇਖੀਏ ਕਿ ਅਸੀਂ ਕਿਸ ਪਾਸੇ ਜਾ ਰਹੇ ਹਾਂ। ਸ੍ਰੇਸ਼ਟ ਕਰਮਾਂ 'ਚ ਪ੍ਰਵਿਰਤ ਹੋਈਏ। ਤੁਸੀਂ ਸਾਰਿਆਂ ਨੇ ਸ਼ਬਦ ਪੜ੍ਹ ਕੇ ਅਕਾਲ ਪੁਰਖ ਕੋਲੋਂ ਵਰ ਮੰਗਿਆ, ਦੇਹ ਸ਼ਿਵਾ ਵਰ ਮੋਹਿ ਤੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਕਰੋ। ਸ਼ੁਭ ਕਰਮਾਂ 'ਚ ਪ੍ਰਵਿਰਤ ਹੋਈਏ, ਨਾਲ ਨਿਤਨੇਮ ਦੇ ਔਰ ਬਾਣੀ ਤੇ ਬਾਣੇ ਦੇ। ਕੱਲਾ ਖਾਲਸਾ ਜੀ, ਜਿਵੇਂ ਮੈਂ ਪਹਿਲਾਂ ਭਗਤੀ ਤੇ ਗਿਆਨ ਦੀ ਗੱਲ ਕੀਤੀ ਆ, ਗਿਆਨ ਤੁਹਾਨੂੰ ਇੱਥੋਂ ਮਿਲ ਜਾਣਾ, ਪਰ ਜਿਹੜਾ ਤਤਵ ਗਿਆਨ ਹੈ, ਆਪਣੇ ਨਿਜ ਆਪੇ ਦਾ ਗਿਆਨ, ਉਹ ਤੁਹਾਨੂੰ ਪੰਜਾਂ ਬਾਣੀਆਂ ਦੇ ਨਿਤਨੇਮ ਤੋਂ ਪ੍ਰਾਪਤ ਹੋਣਾ, ਉਹ ਤੁਹਾਨੂੰ ਸੁਖਮਣੀ ਸਾਹਿਬ ਤੋਂ ਪ੍ਰਾਪਤ ਹੋਣਾ, ਉਹ ਤੁਹਾਨੂੰ ਆਸਾ ਜੀ ਦੀ ਬਾਤ ਤੋਂ ਪ੍ਰਾਪਤ ਹੋਣਾ, ਉਹ ਤੁਹਾਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਚੋਂ, ਸੋਹਿਲਾ ਸਾਹਿਬ ਜੀ ਦੀ ਬਾਣੀ ਵਿੱਚੋਂ ਪ੍ਰਾਪਤ ਹੋਣਾ। ਉਹ ਬਾਣੀ ਦੇ ਨਾਲ ਆਪਾਂ ਜੁੜਨਾ। 3 ਦਿਨ ਤੁਸੀਂ ਇੱਥੇ ਰਹਿਣਾ, ਰੱਜ ਰੱਜ ਕੇ ਬਾਣੀ ਪੜ੍ਹੋ, ਨਾਲੇ ਸੁਣੋ ਇੱਥੇ ਆ ਕੇ ਵਿਚਾਰਾਂ। ਬਾਣੀ ਪੜ੍ਹਨ ਨਾਲ ਤੁਹਾਡੀ ਸੁਰਤ ਇਕਾਗਰ ਹੋਵੇਗੀ, ਇਤਨੀ ਇਕਾਗਰ ਕਿ ਇੱਥੇ ਕਿਹਾ ਗਿਆ ਹਰ ਇੱਕ ਬਚਨ ਮੈਂ ਜਿਸ ਭਾਵ ਵਿੱਚ ਕਹਿ ਰਿਹਾ ਹੋਵਾਂ ਸ਼ਾਇਦ ਉੱਪਰਲਾ ਹੋਵੇ, ਪਰ ਜਦੋਂ ਤੁਹਾਡੀ ਸੁਰਤ ਇਕਾਗਰ ਹੋ ਕੇ ਸੁਣੇਗੀ, ਤੁਸੀਂ ਉਸ ਬਚਨ ਨੂੰ ਹੋਰ ਡੂੰਘੇ ਭਾਵ ਨਾਲ ਸਮਝ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ